ਜੀ ਬੇਟਾ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਲਈ 9ਵੀਂ ਕਲਾਸ ਲਈ ਗਣਿਤ ਵਿਸ਼ੇ ਦਾ ਟਰਮ 2 ਦਾ ਮਾਡਲ ਟੈਸਟ ਪੇਪਰ ਤੁਹਾਡੇ ਨਾਲ ਡਿਸਕਸ ਕਰਾਂਗੇ। ਇਹਦੇ ਵਿੱਚ ਤੁਹਾਨੂੰ ਆਪਾਂ ਪੇਪਰ ਪੈਟਰਨ ਵੀ ਦੱਸਾਂਗੇ, ਠੀਕ ਹੈ। ਕੁਛ ਕੁਐਸਚਨ ਤੁਹਾਨੂੰ ਹੱਲ ਵੀ ਕਰਵਾਵਾਂਗੇ, ਕੁਛ ਕੁਐਸਚਨ ਤੁਹਾਡੇ ਲਈ ਹੱਲ ਕਰਨ ਲਈ ਦੇਵਾਂਗੇ, ਠੀਕ ਹੈ ਬੇਟਾ। ਕਿਉਂਕਿ ਜੇ ਆਪਾਂ ਸਾਰਾ ਹੱਲ ਕਰਾਂਗੇ ਤਾਂ ਆਪਣੀ ਵੀਡੀਓ ਜਿਹੜੀ ਕਾफ़ੀ ਲੰਬੀ ਹੋ ਜਾਣੀ ਹੈ, ठीक है। तो कुछ क्वेश्चन मैं तुहानू हल कराऊंगा, कुछ तुसी आप करने, ठीक है बेटा। हाँ जी बेटा करिए स्टार्ट। तो अपना पेपर पैटर्न है, सब तो पहला सारे प्रश्न जरूरी होंगे। कुल 40 अंकों का अपना पेपर होएगा, 2 घंटे हल कर ली मिलने। भाग ऊड़ा दे विच 4 क्वेश्चन होंगे, 1 तो लैके 4 तक, हरेक क्वेश्चन 2 अंक का होएगा। भाग आड़ा दे विच 5 तो लैके 9 तक 5 प्रश्न होंगे, हरेक प्रश्न 4 अंक का होएगा। तो किसी भी 3 प्रश्नों के अंदरूनी छूट होएगी, मतलब कोई 3 प्रश्न ਜਾਂ ਦੇ ਵਿੱਚ ਹੋਣਗੇ, ठीक है बेटा। नैक्सट है साडा लास्ट भाग ईडी। ਇਹਦੇ ਵਿੱਚ 2 क्वेश्चन होंगे, 10 नंबर ਤੇ 11 नंबर, हरेक प्रश्न 6 अंकों का होएगा। तो दोहां ਵਿੱਚ अंदरूनी छूट होएगी, मतलब दोहां ਵਿੱਚ ਜਾਂ होगी। 2 क्वेश्चन होंगे ਜਾਂ ਆਪਾਂ कह लीए 4 क्वेश्चन होंगे, ਉਹਨਾਂ ਦੇ ਵਿੱਚ ਜਾਂ ਹੋਊਗੀ ਤੇ ਅਸੀਂ 2 करने होंगे, ठीक है बेटा। चलो पार्ट ए भाग ਊੜਾ ਦੇ ਵਿੱਚ ਪਹਿਲਾ ਹੈ ਸਾਡਾ ਚਤੁਰਭੁਜ ਏ ਬੀ ਸੀ ਡੀ ਦੇ ਵਿੱਚ ਏ ਸੀ ਬਰਾਬਰ ਏ ਡੀ ਹੈ। ਏ ਬੀ ਕੋਣ ਏ ਨੂੰ ਸਮਦਭਾਜਿਤ ਕਰਦੀ ਹੈ, ਸਿੱਧ ਕਰੋ। ਤ੍ਰਿਭੁਜ ਏ ਬੀ ਸੀ ਸਰਵੰਗ ਸਮ ਤ੍ਰਿਭੁਜ ਏ ਬੀ ਡੀ। ਇੱਕ ਤਾਂ ਆਪਾਂ ਨੂੰ ਚੀਜ਼ ਦਿੱਤੀ ਹੋਈ ਹੈ ਵੀ ਏ ਸੀ ਬਰਾਬਰ ਏ ਡੀ, ਇਹ ਆਪਾਂ ਪਹਿਲਾਂ ਹੀ ਲਿਖ ਲਾਂਗੇ। ਏ ਸੀ ਬਰਾਬਰ ਏ ਡੀ, ਇੱਥੇ ਬ੍ਰੈਕਟ 'ਚ ਕੀ ਲਿਖੋਗੇ ਵੀ ਦਿੱਤਾ ਹੈ, ਠੀਕ ਹੈ ਬੇਟਾ। दूसरी लाइन की कहती है भी ए बी कोण ए ਨੂੰ ਸਮਦਭਾਜਿਤ ਕਰਦੀ ਹੈ, मतलब आ दोनों कोण आ ਜਿਹੜੇ बराबर ਹੋਣਗੇ। ਜੇ ਅਸੀਂ ਇਹਨੂੰ 1 ਲੈ ਲਈਏ, ਇਹਨੂੰ 2 ਲੈ ਲਈਏ, ਤਾਂ ਅਸੀਂ ਕੀ ਲਿਖਾਂਗੇ ਕੋਣ 1 ਬਰਾਬਰ ਕੋਣ 2, ਇਹ ਵੀ ਦਿੱਤਾ ਹੈ। ਦੂਸਰੀ ਚੀਜ਼ ਇਹਨਾਂ ਦੇ ਵਿੱਚ ਕੀ ਹੈ, ਸਾਂਝੀ ਏ ਬੀ ਭੁਜਾ ਦੋਹਾਂ ਵਿੱਚ ਕੀ ਆ ਵੀ ਸਾਂਝੀ ਭੁਜਾ ਹੈ। ਤਾਂ ਏ ਬੀ ਬਰਾਬਰ ਏ ਬੀ ਸਾਂਝੀ ਭੁਜਾ, ਠੀਕ ਹੈ। ਤਾਂ ਕਿਹੜਾ ਨਿਯਮ ਲੱਗੂਗਾ, ਐਸ ਏ ਐਸ। एस ए एस नियम अनुसार ये त्रिभुजा त्रिभुज ए बी सी सर्वंग सम त्रिभुज ए बी डी, ठीक है बेटा। सौखा ही सी तो क्लीयर। नैक्सट है चित्र में केंद्र ओ वाले एक चक्कर ते बिंदु ए बी सी इस तरह हैं कि कोण बी ओ सी बराबर 30 डिग्री, कोण ए ओ बी बराबर 60 डिग्री। जेकर चाप ए बी सी के अलावा चक्कर ते एक बिंदु डी है तो ए डी सी पता करो। ਹੁਣ ਸਾਨੂੰ ਪਤਾ ਵੀ ਚੱਕਰ ਦੇ ਕੇਂਦਰ 'ਤੇ ਬਣਿਆ ਕੋਣ ਚੱਕਰ ਦੇ ਬਾਕੀ ਹਿੱਸੇ 'ਤੇ ਬਣੇ ਕੋਣ ਨਾਲੋਂ ਦੁੱਗਣਾ ਹੁੰਦਾ ਜੇ ਉਹ ਚਾਪ ਇੱਕ ਹੋਵੇ, ਠੀਕ ਹੈ। ਕਿਸੇ ਚਾਪ ਦੁਆਰਾ, ਚਾਪ ਕਿਹੜੀ ਹੈ ਸਾਡੇ ਕੋਲ ਏ ਸੀ, ਠੀਕ ਹੈ। ਏ ਬੀ ਸੀ ਚਾਪ ਦੁਆਰਾ ਜਿਹੜਾ ਕੇਂਦਰ 'ਤੇ ਕੋਣ ਬਣਾਇਆ ਉਹ ਕਿੰਨਾ ਹੈ 60 ਤੇ 30 90, ਠੀਕ ਹੈ ਬੇਟਾ। ਅਤੇ ਇਹ ਹੈ ਜਿਹੜਾ ਬਾਕੀ ਹਿੱਸੇ 'ਤੇ ਬਣਿਆ ਇਹ ਉਹਦੇ ਨਾਲੋਂ ਅੱਧਾ ਹੋਊਗਾ, ਮਤਲਬ ਕਿੰਨਾ ਹੋਊਗਾ 45 ਡਿਗਰੀ ਹੋਊਗਾ, ਠੀਕ ਹੈ ਬੇਟਾ। ਉਹ ਲਾਈਨ ਵੀ ਤੁਸੀਂ ਲਿਖ ਦੇਣੀ ਹੈ ਵਿੱਚ। ਨੈਕਸਟ ਹੈ ਗੋਲੇ ਦਾ ਅਰਧ ਵਿਆਸ ਪਤਾ ਕਰੋ, ਜਿਸ ਦੀ ਸਤ੍ਹਾ ਦਾ ਖੇਤਰਫਲ 154 ਸੈਂਟੀਮੀਟਰ ਦੀ 2 ਹੈ। ਗੋਲੇ ਦੀ ਸਤ੍ਹਾ ਦਾ ਖੇਤਰਫਲ ਸਾਨੂੰ ਪਤਾ ਕਿਹਦੇ ਬਰਾਬਰ ਹੁੰਦਾ 4 ਪਾਈ ਆਰ ਦੀ 2। ਕਿੰਨਾ ਦਿੱਤਾ ਸਾਨੂੰ 154। 4 ਪਾਈ ਨੂੰ ਭਰ ਲਓ 22/7, ਆਰ ਦੀ 2 ਬਰਾਬਰ 154। ਬਾਕੀ ਸਾਰਾ ਪਰਲੇ ਪਾਸੇ ਲੈ ਜਾਓ, ਆਰ ਨੂੰ ਇਕੱਲਾ ਇੱਧਰ ਰੱਖੋ। ਜਿਹੜਾ ਗੁਣਾ 'ਚ ਆ ਉਹ ਭਾਗ 'ਚ ਹੋ ਜਾਊਗਾ, ਜਿਹੜਾ ਭਾਗ 'ਚ ਆ ਉਹ ਗੁਣਾ 'ਚ ਹੋ ਜਾਊਗਾ, ਠੀਕ ਹੈ। ਤਾਂ 22/7 ਕਿੰਨੇ ਹੋ ਗਏ 54। ਇਹ ਬਣ ਗਿਆ ਵੀ 49/4। ਆਰ ਦੀ 2 ਬਰਾਬਰ 49/4, ਤਾਂ ਆਰ ਬਰਾਬਰ 7/2, ਠੀਕ ਹੈ ਬੇਟਾ। ਸੌਖਾ ਹੀ ਸੀਗਾ। ਨੈਕਸਟ ਹੈ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ, ਜਿਸ ਦੀਆਂ 2 ਭੁਜਾਵਾਂ ਸਾਨੂੰ ਏ 18 ਬੀ 10 ਦਿੱਤੀਆਂ ਹੋਈਆਂ ਸੀ ਅਤੇ ਪ੍ਰਭਾਵ ਉਹਦਾ 42 ਤੱਕ। ਪ੍ਰਭਾਵ ਤਿੰਨੇ ਭੁਜਾਵਾਂ ਦਾ ਜੋੜ ਹੁੰਦਾ ਤਾਂ 42 ਦੇ ਵਿੱਚੋਂ ਜੇ ਅਸੀਂ ਇਹਨਾਂ ਦੋਹਾਂ ਦਾ ਜੋੜ ਘਟਾ ਦਈਏ ਤੀਸਰੀ ਭੁਜਾ ਆ ਜੂਗੀ 28 ਘਟਾ ਦਿਓ, ਠੀਕ ਹੈ। ਜੇ ਅਸੀਂ 42 ਦੇ ਵਿੱਚੋਂ 28 ਘਟਾ ਦਾਂਗੇ ਤਾਂ ਸਾਡੀ ਤੀਜੀ ਭੁਜਾ ਸੀ ਆ ਜੂਗੀ, ਠੀਕ ਹੈ। ਕਿਉਂਕਿ ਪ੍ਰਭਾਵ ਆ ਜਿਹੜਾ ਉਹ ਤਿੰਨੇ ਭੁਜਾਵਾਂ ਦਾ ਕੀ ਹੁੰਦਾ ਜੋੜ ਹੁੰਦਾ, ਠੀਕ ਹੈ। ਤਾਂ ਤੀਸਰੀ ਭੁਜਾ ਜਿਹੜੀ ਸਾਡੀ 14 ਆ ਜੂਗੀ, ਠੀਕ ਹੈ ਬੇਟਾ। ਇੱਕ ਏ 18 ਬੀ 10 ਅਤੇ ਸੀ 14। ਚਲੋ ਪਹਿਲਾਂ ਅਸੀਂ ਅਰਧ ਪ੍ਰਭਾਵ ਕੱਢ ਲਾਂਗੇ ਐਸ। ਤਾਂ ਪ੍ਰਭਾਵ ਸਾਨੂੰ 42 ਦਿੱਤਾ, ਇਹਦਾ ਅੱਧਾ ਕਰ ਦਾਂਗੇ ਕਿੰਨਾ ਆ ਜਾਊਗਾ 21। ਐਸ ਸਾਡਾ 21 ਆ ਗਿਆ। ਫਾਰਮੂਲਾ ਲਾ ਦਿਓ ਐਸ ਐਸ ਮਾਈਨਸ ਏ, ਹੀਰੋ ਦਾ ਸੂਤਰ
ठीक है। अपने को एक 18 सी, एक 10 सी ते एक भुजा 14 असी कढ़ी है जी। चलो एस आप कितना कढ़िया भी 21, 21 ਦੇ ਵਿੱਚੋਂ ਜੇ ਅਸੀਂ 18 ਕੱਢਦਾ ਏ ਤਾਂ ਕਿੰਨਾ ਆ ਜਾਊਗਾ 3 ਆ ਜਾਊਗਾ। 21 ਦੇ ਵਿੱਚੋਂ 10 ਕੱਢ ਦਿਓ 11 ਆ ਜਾਊਗਾ। 21 ਦੇ ਵਿੱਚੋਂ ਜੇ ਅਸੀਂ 14 ਕੱਢ ਦਈਏ 7 ਆ ਜਾਊਗਾ। ਠੀਕ ਹੈ, ਖੋਲ ਦਿਓ 21 ਨੂੰ, ਖੋਲ ਦਿਓ 7 ਜਾਂ 21, 3 ਗੁਣਾ 11 ਗੁਣਾ 7, ਜਿਹੜੇ 2 ਵਾਰੀ ਉਹ ਬਾਹਰ ਨਿਕਲ ਜਾਣਗੇ। 7 ਅਤੇ 3 2 ਵਾਰੀ ਆ ਗਿਆ ਤਾਂ ਬਾਹਰ, ਮਤਲਬ 21 ਬਾਹਰ 11 ਅੰਦਰ। ਠੀਕ ਹੈ, ਇੰਨਾ ਇਸ ਦਾ ਖੇਤਰਫਲ ਆ ਜਾਏਗਾ 21 ਵਰਗਮੂਲ 11 ਸੈਂਟੀਮੀਟਰ ਦੀ 2। ਠੀਕ ਹੈ ਬੇਟਾ। ਉਸ ਤੋਂ ਬਾਅਦ ਜਿਹੜੇ 5ਵਾਂ ਕੁਐਸਚਨ ਹੈ, ਜਿਵੇਂ 6ਵਾਂ ਹੈ, ਇਹ ਤੁਸੀਂ ਆਪ ਕਰਨੇ ਹੈ ਕਿਉਂਕਿ ਇਹ ਸਿੱਧ ਕਰਨ ਨਾਲ ਸੰਬੰਧਿਤ ਕੁਐਸਚਨ ਇਹ ਵੀ ਸਿੱਧ ਕਰਨੇ ਨੇ। ਠੀਕ ਹੈ ਬੇਟਾ। ਨੈਕਸਟ ਹੈ ਰਚਨਾ ਕਰਨੀ। ਇਹ ਵੀ ਉਮੀਦ ਆ ਵੀ ਤੁਹਾਨੂੰ ਆਉਂਦਾ ਹੋਏਗਾ, ਤਾਂ ਬਹੁਤ ਇੰਪੋਰਟੈਂਟ ਆ, ਜਿਹਦੇ ਵਿੱਚ ਸਾਨੂੰ 2 ਭੁਜਾਵਾਂ ਦਾ ਜੋੜ ਦਿੱਤਾ ਹੁੰਦਾ ਜਾਂ 2 ਭੁਜਾਵਾਂ ਦੀ ਘਟਾ ਦਿੱਤੀ ਹੁੰਦੀ ਹੈ। ਇਹ ਵੀ ਉਮੀਦ ਆ ਵੀ ਤੁਹਾਨੂੰ ਆਉਂਦੀ ਹੋਣਗੀ। ਨੈਕਸਟ ਕੁਐਸਚਨ ਵੀ ਸਿੱਧ ਕਰਨ ਵਾਲਾ, ਇਹ ਵੀ ਤੁਸੀਂ ਆਪ ਕਰੋਗੇ। ਠੀਕ ਹੈ ਬੇਟਾ। ਤਾਂ ਆਪਾਂ ਜਿਹੜਾ ਤੁਹਾਨੂੰ ਸਮਝਾਉਣਾ ਹੈ ਉਹ ਹੈ 8ਵਾਂ। ਇੱਕ ਸਮਚਤੁਰਭੁਜ ਆਕਾਰ ਘਾਹ ਦੇ ਖੇਤ ਵਿੱਚ 18 ਗਾਵਾਂ ਨੂੰ ਚਰਾਉਣ ਲਈ ਘਾਹ ਹੈ। ਜੇਕਰ ਇਸ ਸਮਚਤੁਰਭੁਜ ਦੀ ਹਰੇਕ ਭੁਜਾ 30 ਮੀਟਰ ਹੋਵੇ ਅਤੇ ਵੱਡਾ ਵਿਕਰਨ 48 ਮੀਟਰ ਹੋਵੇ, ਹਰੇਕ ਗਊ ਨੂੰ ਚਰਨ ਲਈ ਇਸ ਘਾਹ ਦੇ ਖੇਤ ਦਾ ਕਿੰਨਾ ਖੇਤਰਫਲ ਪ੍ਰਾਪਤ ਹੋਏਗਾ। ਤਾਂ ਜੇ ਅਸੀਂ ਇਸ ਤਰ੍ਹਾਂ ਬਣਾਈਏ ਇਹਨੂੰ, ਜਿਹੜਾ ਵੱਡਾ ਵਿਕਰਨ ਹੈ ਏ ਸੀ ਕਹਿ ਲਈਏ ਅਸੀਂ, ਉਹ 48 ਹੈ। ਇੱਥੇ ਸ਼ਬਦ ਭਾਜ ਹੁੰਦਾ ਜਦੋਂ ਏ ਓ ਆ ਜਿਹੜਾ ਉਹ ਕਿੰਨਾ ਹੈ 24 ਹੈ। ਏ ਓ 24 ਹੈ ਅਤੇ ਇਹਦੀ ਭੁਜਾ ਇੱਕ 30 ਹੈ। ਜੇ ਅਸੀਂ ਆਹ ਪਤਾ ਕਰਨਾ ਹੋਵੇ ਤਾਂ ਇਹ ਲੰਬ ਹੁੰਦੇ ਇੱਕ ਦੂਜੇ 'ਤੇ। ਤਾਂ ਜੇ ਅਸੀਂ ਬੀ ਓ ਪਤਾ ਕਰਨਾ ਹੋਵੇ ਤਾਂ ਅਸੀਂ ਇਹਦੇ 'ਤੇ ਪਾਈਥਾਗੋਰਸ ਥਿਊਰਮ ਲਾ ਸਕਦੇ ਹਾਂ ਵੀ ਬੀ ਓ ਦਾ ਵਰਗ ਕਿਹਦੇ ਬਰਾਬਰ ਹੋਊਗਾ 30 ਦੇ ਵਰਗ ਦੇ ਵਿੱਚੋਂ ਅਸੀਂ 24 ਦਾ ਵਰਗ ਆ ਜਿਹੜਾ ਉਹ ਮਾਈਨਸ ਕਰ ਦਾਂਗੇ। ਠੀਕ ਹੈ, ਕਿਉਂਕਿ ਪਾਈਥਾਗੋਰਸ ਥਿਊਰਮ ਹੁੰਦੀ ਹੈ ਵੀ ਕਰਨ ਦਾ ਵਰਗ ਬਾਕੀ ਦੀਆਂ 2 ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ। ਪਰ ਕਰਨ ਦਾ ਵਰਗ ਸਾਨੂੰ ਦਿੱਤਾ, ਆਧਾਰ ਅਸੀਂ ਪਤਾ ਕਰਨਾ, ਤਾਂ ਲੰਬ ਉੱਧਰ ਜਾ ਕੇ ਮਾਈਨਸ ਹੋ ਜਾਊਗਾ। 30 ਦਾ ਵਰਗ ਕਰਾਂਗੇ 900 ਆ ਜਾਊਗਾ, 24 ਦਾ ਵਰਗ ਕਰਾਂਗੇ 576 ਆ ਜਾਊਗਾ। ਠੀਕ ਹੈ, ਉਹਨਾਂ ਦੀ ਘਟਾ ਕਰ ਦਿਓ, ਇਹ ਆ ਜਾਊਗਾ ਸਾਡਾ 324। ਬੀ ਓ ਦਾ ਵਰਗ ਬਰਾਬਰ 324, ਤਾਂ ਬੀ ਓ ਕਿੰਨਾ ਆ ਜਾਊਗਾ 18। ਠੀਕ ਹੈ ਜੀ, ਆਹ ਬੀ ਓ 18 ਆ ਜਾਊਗਾ, ਓ ਡੀ ਵੀ 18 ਆ ਜਾਊਗਾ, ਕੋਈ ਸ਼ਬਦ ਭਾਜ ਹੁੰਦਾ। ਜੇ ਅਸੀਂ ਕਰੀਏ ਵਿਕਿਰਨ ਦੂਸਰਾ ਬੀ ਡੀ, ਉਹ ਕਿੰਨਾ ਆ ਜਾਊਗਾ 18 + 18 ਮਤਲਬ 36 ਆ ਜਾਊਗਾ। ਕਲੀਅਰ। ਹੁਣ ਸਮਚਤੁਰਭੁਜ ਦਾ ਖੇਤਰਫਲ ਹੁੰਦਾ 1/2 ਗੁਣਾ D1 ਗੁਣਾ D2 ਦੋਨੇ ਵਿਕਿਰਨ। ਇੱਕ 48 ਸਾਡਾ ਵਿਕਿਰਨ, ਦੂਸਰਾ 36, ਤਾਂ ਇਹ 18 ਆ ਗਿਆ। 48 ਨੂੰ 18 ਨਾਲ ਕਰ ਦਿਓ, ਬਸ ਲੋੜ ਹੀ ਨਹੀਂ ਹੈ। ਤਾਂ ਇੱਕ ਜਿਹੜੀ 18 ਗਊਆਂ ਲਈ ਚਰਨ ਲਈ ਜਿਹੜਾ ਖੇਤਰਫਲ ਬਣ ਗਿਆ ਉਹ ਬਣ ਗਿਆ 48 ਗੁਣਾ 18 ਸੈਂਟੀਮੀਟਰ ਦੀ 2। 18 ਗਊਆਂ ਲਈ ਖੇਤਰਫਲ ਇੰਨਾ ਬਣ ਗਿਆ ਜਿਹੜਾ 18 ਗਊਆਂ ਨੇ ਚਰਨਾ ਹੈ। ਠੀਕ ਹੈ, ਪਰ ਇੱਕ ਗਊ ਨੇ ਕਿੰਨਾ ਚਰਨਾ 18 ਨਾਲ ਕਰ ਦਾਂਗੇ ਭਾਗ, 18 ਨਾਲ 18 ਕੱਟਿਆ ਜਾਊਗਾ, ਕਿੰਨਾ ਆ ਜਾਊਗਾ 48 ਸੈਂਟੀਮੀਟਰ ਦੀ 2। ਠੀਕ ਹੈ ਬੇਟਾ, ਇੱਕ ਗਊ ਨੇ ਇੰਨਾ ਘਾਹ ਦਾ ਖੇਤ ਆ ਜਿਹੜਾ ਉਹ ਚਰਨਾ ਹੈ। ਠੀਕ ਹੈ। 9ਵਾਂ ਕੁਐਸਚਨ ਹੈ ਐਲ ਰੇਖਾ ਕੋਣ ਏ ਨੂੰ ਸਮਦਭਾਜ ਕਰਦੀ ਹੈ। ਬੀ ਐਲ 'ਤੇ ਕੋਈ ਬਿੰਦੂ ਹੈ, ਬੀ ਕਿਊ ਬੀ ਪੀ ਬਿੰਦੂ ਬੀ ਤੋਂ ਕੋਣ ਏ ਦੀਆਂ ਬਾਹੋਂ ਅਤੇ ਲੰਬਾਂ ਨੂੰ ਸਿੱਧ ਕਰੋ। ਸਰਬੰਗ ਸਮ ਸਿੱਧ ਕਰਨਾ ਹੈ। ਪਹਿਲਾਂ ਤਾਂ ਏ ਨੂੰ ਸਮਦਭਾਜ ਕਰਦੀ ਆ, ਦੋਨੇ ਕੋਣ ਬਰਾਬਰ ਹੋਣਗੇ। ਜੇ ਇਹਨੂੰ ਅਸੀਂ 1 ਅਤੇ 2 ਲੈ ਲਈਏ, ਕੋਣ 1 ਬਰਾਬਰ ਕੋਣ 2, ਇਹ ਸਾਨੂੰ ਦਿੱਤਾ ਹੋਇਆ ਹੈ। ਕੋਣ ਕਿਊ ਅਤੇ ਕੋਣ ਪੀ ਇਹ ਵੀ ਬਰਾਬਰ ਹੋਣਗੇ, ਕਿਉਂ ਵੀ ਇਹ ਕਿਹੜੇ ਕੋਣ ਨੇ ਸਮਕੋਣ। ਅਤੇ ਏ ਬੀ ਕੀ ਹੈ ਸਾਂਝੀ ਹੈ, ਇਹ ਸਾਨੂੰ ਸਾਂਝੀ ਭੁਜਾ ਦਿੱਤੀ ਹੋਈ। 3 ਚੀਜ਼ਾਂ ਬਰਾਬਰ ਹੋ ਗਈਆਂ, 2 ਕੋਣ ਬਰਾਬਰ ਹੋ ਗਏ। ਮਤਲਬ ਏ ਐਸ ਏ ਨਿਯਮ ਅਨੁਸਾਰ ਤ੍ਰਿਭੁਜ ਏ ਕਿਊ ਬੀ ਸਰਬੰਗ ਸਮ ਤ੍ਰਿਭੁਜ ਏ ਬੀ ਪੀ, ਜਾਂ ਏ ਕਿਊ ਬੀ ਸਰਬੰਗ ਸਮ ਤ੍ਰਿਭੁਜ ਏ ਪੀ ਬੀ। ਕਲੀਅਰ, ਇਹੀ ਅਸੀਂ ਸਿੱਧ ਕਰਨਾ ਸੀ। ਉਸ ਤੋਂ ਬਾਅਦ ਆਹ ਕਿਵੇਂ ਕਰਾਂਗੇ, ਇਹ ਤਾਂ ਤੁਸੀਂ ਪਹਿਲਾਂ ਐਵੇਂ ਲਿਖ ਕੇ ਜਿਹੜਾ ਅਸੀਂ ਪ੍ਰੂਫ ਕੀਤਾ ਏ ਪੀ ਬੀ ਸਰਬੰਗ ਸਮ ਤ੍ਰਿਭੁਜ ਏ ਕਿਊ ਬੀ, ਇਹ ਐਵੇਂ ਲਿਖ ਕੇ ਜਿਹੜਾ ਅਸੀਂ ਪਹਿਲਾਂ ਸਿੱਧ ਕੀਤਾ ਇਹਦੇ ਥੱਲੇ ਲਿਖੋਗੇ ਬੀ ਪੀ ਬਰਾਬਰ ਬੀ ਕਿਊ ਕਿਉਂ ਸੀ ਪੀ ਸੀ ਟੀ। ਬ੍ਰੈਕਟ ਦੇ ਵਿੱਚ ਕੀ ਲਿਖਣਾ, ਸਿਰਫ ਸੀ ਪੀ ਸੀ ਟੀ, ਜਾਂ ਤੁਸੀਂ ਲਿਖੋਗੇ ਸਰਬੰਗ ਸਮ ਤ੍ਰਿਭੁਜਾਂ ਦੇ ਸੰਗਤ ਭਾਗ। ਠੀਕ ਹੈ ਬੇਟਾ। ਅੱਗੇ ਪਾਰਟ ਸੀ ਹੈ।
ਇਹਦੇ ਵਿੱਚ ਪਹਿਲਾ ਪ੍ਰਸ਼ਨ ਆ ਜਿਹੜਾ ਵੀ ਇਹਦੇ ਵਿੱਚ ਤੁਸੀਂ ਬਾਰੰਬਾਰ ਤਾਂ ਵੰਡ ਸਾਰਣੀ ਬਣਾਉਣੀ ਹੈ। ਠੀਕ ਹੈ, ਤਾਂ ਕੀ ਕਰਨਾ, ਸਾਨੂੰ ਅੰਕੜੇ ਦਿੱਤੇ ਹੋਏ ਆ। 0 ਇੱਕ ਪਾਸੇ ਲਿਖੋਗੇ ਤੁਸੀਂ ਵਰਗ ਅੰਤਰਾਲ ਪਹਿਲਾ ਕਾਲਮ ਜਿਹੜਾ ਬਣੂਗਾ ਵਰਗ ਅੰਤਰਾਲ ਦਾ ਬਣੂਗਾ। ਦੂਸਰਾ ਕਿਹੜਾ ਬਣੂਗਾ ਵੀ ਮਿਲਾਨ ਚਿੰਨ੍ਹ ਦਾ ਬਣੂਗਾ। ਤੀਸਰਾ ਕਿਹੜਾ ਬਣੂਗਾ ਬਾਰੰਬਾਰਤਾ, ਕਿੰਨੇ ਵਾਰ ਆਇਆ। ਠੀਕ ਹੈ, ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਆਪਾਂ 0.0 ਤੋਂ ਲੈ ਕੇ 0.04 ਤੱਕ। ਹੁਣ ਜਦ ਤੁਸੀਂ ਇਹਦੇ ਵਿੱਚ ਗਿਣਨੇ ਆ 0.00 ਤੋਂ ਲੈ ਕੇ 0.04 ਤੱਕ ਗਿਣਨੇ ਆ, ਪਰ 0.04 ਵਿੱਚ ਨਹੀਂ ਗਿਣਨਾ, ਉਦੋਂ ਘੱਟ ਵਾਲੇ ਸਾਰੇ ਗਿਣਨੇ ਆ। ਠੀਕ ਹੈ, ਜਿੰਨੇ ਵੀ ਆ ਜਾਣਗੇ ਉਹ ਇੱਥੇ ਲਿਖਣਾ। ਉਸ ਤੋਂ ਬਾਅਦ ਇੱਥੇ ਮਿਲਾਣ ਚਿੰਨ੍ਹ ਕਿਵੇਂ ਕਰਨਾ, ਮੰਨ ਲਓ ਇਹ 5 ਆ ਜਾਂਦੇ ਆ ਤਾਂ ਕਿਵੇਂ ਲਿਖਾਂਗੇ 1 2 3 4 ਲਿਖ ਕੇ 5ਵਾਂ ਟੇਢਾ। ਜੇ ਇਹ 6 ਆ ਜਾਂਦੇ ਫਿਰ 6ਵਾਂ ਅੱਗੇ, ਜੇ 7 ਆ ਜਾਂਦੇ ਇੱਕ ਹੋਰ ਲੱਗ ਜਾਂਦਾ, ਜੇ 8 ਆ ਜਾਂਦੇ ਹੋਰ ਲੱਗ ਜਾਂਦਾ, 9 ਆ ਜਾਂਦੇ ਇੱਕ ਹੋਰ ਲੱਗ ਜਾਂਦਾ, 10 ਲੱਗ ਜਾਂਦਾ ਫਿਰ ਟੇਢਾ ਲੱਗਦਾ। ਠੀਕ ਹੈ, 4 ਲਾ ਕੇ 5ਵਾਂ ਟੇਢਾ ਲੱਗਦਾ, ਬਸ ਇਹੀ ਹੈ। ਠੀਕ ਹੈ ਬੇਟਾ, ਬਾਕੀ ਤੁਸੀਂ ਇਹ ਸਾਰੇ 0.04 ਤੋਂ ਗਿਣਨਾ। 0.04 ਇਹਦੇ ਵਿੱਚ ਨਹੀਂ ਗਿਣਨਾ, ਅਗਲੇ ਵੀ 0.04 ਗਿਣਨਾ ਪਰ 0.08 ਨਹੀਂ ਗਿਣਨਾ। ਠੀਕ ਹੈ, ਇਹ ਧਿਆਨ ਰੱਖਣਾ। ਅੱਗੇ ਹੈ ਕ੍ਰਿਕਟ ਮੈਚ ਵਿੱਚ 2 ਟੀਮਾਂ A ਅਤੇ B ਦੁਆਰਾ ਪਹਿਲੀਆਂ 60 ਗੇਂਦਾਂ ਤੋਂ ਬਣਾਏ ਰਨ ਦਿੱਤੇ ਗਏ ਨੇ। ਬਾਰੰਬਾਰਤਾ ਬਹੁਪਦ ਦੀ ਨਾਲ ਅੰਕੜੇ ਨਿਰੂਪਤ ਬਾਰੰਬਾਰਤਾ ਬਹੁਪਦ ਅਸੀਂ ਬਣਾਉਣੀ ਹੈ। ਤਾਂ ਪਹਿਲਾਂ ਤਾਂ ਜਿਹੜੇ ਇਹ ਦਿੱਤੇ ਹੋਏ ਨੇ ਵੀ ਇਹਨਾਂ ਨੂੰ ਕੰਟੀਨਿਊਸ ਕਰੋ, ਲਗਾਤਾਰਤਾ ਬਣਾਓ। ਇਹਨਾਂ ਵਿੱਚ 1 ਤੋਂ ਲੈ ਕੇ 6 ਤੱਕ, 7 ਤੋਂ ਲੈ ਕੇ 12 ਤੱਕ। 1 ਤੋਂ 6 'ਤੇ ਖਤਮ ਹੋ ਗਿਆ, ਉਹ ਅਗਲਾ 7 'ਤੇ ਸ਼ੁਰੂ ਹੁੰਦਾ। ਤਾਂ ਅਸੀਂ ਕੀ ਕਰਾਂਗੇ, ਜਿਹੜਾ ਹੇਠਲੀ ਸਿਮ ਹੈ ਉਹਨੂੰ ਅਸੀਂ ਪਿੱਛੇ ਕਰ ਦਾਂਗੇ, ਅਗਲੀ ਸਿਮ ਨੂੰ 5.5 ਅੱਗੇ ਕਰ ਦਾਂਗੇ। ਮਤਲਬ 1.6 ਨੂੰ ਅਸੀਂ ਕਿਵੇਂ ਲਿਖਾਂਗੇ 0.5 ਤੋਂ ਲੈ ਕੇ 6.5 ਤੱਕ। ਉਸ ਤੋਂ ਅਗਲੇ ਨੂੰ ਕੀ ਲਿਖਾਂਗੇ 6.5 ਤੋਂ ਲੈ ਕੇ 12.5 ਤੱਕ। ਉਸ ਤੋਂ ਅਗਲੇ ਨੂੰ 12.5 ਤੋਂ ਲੈ ਕੇ 18.5 ਤੱਕ। ਐਵੇਂ ਸਾਰੇ ਬਦਲ ਦੋਗੇ। ਠੀਕ ਹੈ, ਲਗਾਤਾਰ ਹੋ ਗਏ। ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ, ਜਿਵੇਂ ਆਪਾਂ ਇਹਨਾਂ ਦਾ ਛੜਗਰਾਫ ਬਣਾਉਣੇ ਹੋਏ, ਛੜਗਰਾਫ ਬਣਾ ਲਓ ਅਤੇ ਉਹਨਾਂ ਦਾ ਮੱਧ ਬਿੰਦੂ ਲਓ। ਠੀਕ ਹੈ, ਵਿਚਕਾਰ ਵਾਲੇ ਬਿੰਦੂ ਲਓ। ਜਿਵੇਂ ਅਸੀਂ ਪਹਿਲਾਂ ਬਣਾਇਆ ਸੀ 0.6 ਤੋਂ 6.5 ਵਾਲਾ, ਇਹਨਾਂ ਦਾ ਵਿਚਕਾਰ ਦਾ ਬਿੰਦੂ ਲਓ, ਇਹਨਾਂ ਦਾ ਜੋੜ ਕਰ ਲਓ, ਦੋਨੋਂ ਭਾਗ ਕਰ ਦਿਓ। ਠੀਕ ਹੈ, ਤਾਂ ਇਹ 7.0 ਬਣ ਜੂਗਾ। ਦੋਨੋਂ ਭਾਗ ਕਰੋਗੇ 3.5 3.5 ਜਿੱਥੇ ਵੀ ਆ ਗਿਆ ਉੱਥੇ ਇੱਕ ਡਾਟ ਲਾਓ। ਸਾਰੀਆਂ ਵਰਗ ਅੰਤਰਾਲ ਵਾਲੀਆਂ ਐਵੇਂ ਡਾਟ ਲਾਉਂਗੇ, A ਲਈ ਲਾਉਂਗੇ। A ਵਾਲੇ ਬਣਾ ਕੇ ਪਹਿਲਾਂ ਫਿਰ ਉਹ ਸਾਰੇ ਜਿਹੜੇ ਡਾਟ ਲਾਏ ਆ ਤੁਸੀਂ ਉਹਨਾਂ ਨੂੰ ਆਪਸ ਵਿੱਚ ਮਿਲਾਉਂਦੇ ਜਾਓਗੇ। ਠੀਕ ਹੈ, ਜਿਹੜਾ ਤੁਸੀਂ A ਬਣਾਓਗੇ ਨਾ ਇਸ ਹਿਸਾਬ ਨਾਲ, ਠੀਕ ਹੈ, ਇਸ ਹਿਸਾਬ ਨਾਲ ਜਿੱਥੇ ਵੀ ਇਹ ਆਊਗਾ ਉੱਥੇ ਡਾਟ ਬਣਾਉਣਾ ਤੁਸੀਂ ਵਿਚਕਾਰ। ਠੀਕ ਹੈ, ਤਾਂ ਉਹ ਐਵੇਂ ਆਪਸ ਵਿੱਚ ਮਿਲਾ ਦੋਗੇ, ਐਵੇਂ ਟੀਮ B ਲਈ। ਠੀਕ ਹੈ ਵੀ, ਲਾਸਟ ਆਪਣਾ ਹੈ ਸਤ੍ਹਾ ਦੇ ਖੇਤਰਫਲ ਦੇ ਵਿੱਚੋਂ ਇੱਕ ਘਣਾਕਾਰ ਡੱਬੇ ਦਾ ਕਿਨਾਰਾ 10 ਸੈਂਟੀਮੀਟਰ ਲੰਬਾਈ ਦਾ ਹੈ। ਅੱਗੇ ਘਣਾਵਕਾਰ ਡੱਬਾ, ਉਹਦੀ ਲੰਬਾਈ ਚੌੜਾਈ ਚਾਈ ਸਾਨੂੰ ਦਿੱਤੀ ਹੋਈ ਆ। ਕਿਸ ਡੱਬੇ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਵੱਧ ਹੈ ਅਤੇ ਕਿੰਨਾ ਵੱਧ ਹੈ। ਹੁਣ ਪਾਸਵੀ ਇਹਦੇ ਲਈ ਸਾਨੂੰ ਭੁਜਾ A ਦਿੱਤੀ ਹੋਈ ਹੈ 10, ਇਹਦੇ ਲਈ ਸਾਨੂੰ ਲੈਂਥ, ਬ੍ਰੈਡਥ, ਹਾਈਟ ਤਿੰਨੇ ਦਿੱਤੇ ਹੋਏ ਆ, ਲੰਬਾਈ ਚੌੜਾਈ ਅਤੇ ਉਚਾਈ ਦਿੱਤੇ ਹੋਏ ਆ। ਪਾਸਵੀ ਸਤ੍ਹਾ ਜੇ ਅਸੀਂ ਘਣ ਦੀ ਪਾਸਵੀ ਸਤ੍ਹਾ ਦੇਖਾਂਗੇ ਤਾਂ 4A ਦੀ 2 ਆਊਗਾ, A ਸਾਨੂੰ ਦਿੱਤੀ ਹੋਈ ਹੈ, ਤੁਸੀਂ ਕੱਢ ਲਓਗੇ। ਅਤੇ ਜੇ ਇਹਦੀ ਅਸੀਂ ਪਾਸਵੀ ਸਤ੍ਹਾ ਦੇਖਾਂਗੇ ਇਹਦੇ ਵਿੱਚ 2HL+V ਇਹ ਆਊਗਾ, 2HL+V। ਦੋਨੇ ਫਾਰਮੂਲੇ ਸਾਨੂੰ ਤਿੰਨੇ ਚੀਜ਼ਾਂ ਦਿੱਤੀਆਂ ਹੋਈਆਂ, ਤਾਂ ਤੁਸੀਂ ਦੇਖ ਲਓ ਕਿਸ ਦਾ ਵਾਧਾ ਅਤੇ ਕਿੰਨਾ ਵੱਧ ਹੈ। ਠੀਕ ਹੈ, ਕੁੱਲ ਸਤ੍ਹਾ ਦਾ ਖੇਤਰਫਲ ਜੇ ਘਣ ਦਾ ਦੇਖਾਂਗੇ ਤਾਂ 6A ਦੀ 2 ਆਊਗਾ, ਅਤੇ ਇਹਦਾ ਦੇਖਾਂਗੇ 2LV+BH+HL। ਮੁੱਲ ਹੀ ਭਰ ਰਹੇ, ਦੇਖ ਲਓ ਕਿਸ ਦਾ ਖੇਤਰਫਲ ਘੱਟ ਹੈ ਅਤੇ ਕਿੰਨਾ ਘੱਟ ਹੈ। ਠੀਕ ਹੈ, ਨੈਕਸਟ ਹੈ ਸ਼ੰਕੂ ਦਾ ਤਾਂ ਸਾਨੂੰ ਦਿੱਤਾ ਹੋਇਆ ਆਧਾਰ ਦਾ ਵਿਆਸ ਦਿੱਤਾ ਹੋਇਆ, ਪਤਾ ਕਰੋ ਸ਼ੰਕੂ ਦੀ ਉਚਾਈ। ਆਧਾਰ ਦਾ ਵਿਆਸ ਦਿੱਤਾ ਤਾਂ ਅਰਧ ਵਿਆਸ ਆ ਜਿਹੜਾ ਸਾਨੂੰ 14 ਦਿੱਤਾ ਹੋਇਆ। ਖੇਤਰਫਲ ਕਿਹਦੇ ਬਰਾਬਰ ਹੁੰਦਾ, ਐਤਰ ਕਿਹਦੇ ਬਰਾਬਰ ਹੁੰਦਾ 1/3 πr ਦੀ 2h। ਇਹਨੂੰ ਤੁਸੀਂ ਬਰਾਬਰ ਰੱਖ ਦਿਓ 9856 ਦੇ। R ਦੀ ਵੈਲਿਊ ਇੱਥੇ ਪੁੱਟ ਕਰ ਦਿਓ, H ਅਸੀਂ ਪਤਾ ਕਰਿਆ, ਬਾਕੀ ਸਾਰਾ ਪਰਲੇ ਪਾਸੇ ਲੈ ਜਾਓਗੇ। ਠੀਕ ਹੈ ਬੇਟਾ, ਅੱਗੇ ਜਦੋਂ R ਵੀ ਆ ਗਿਆ ਅਤੇ H ਵੀ ਆ ਗਿਆ, ਕਹਿੰਦੇ ਪਾਸਵੀ ਸਤ੍ਹਾ ਦਾ ਖੇਤਰਫਲ। ਪਾਸਵੀ ਸਤ੍ਹਾ ਦਾ ਖੇਤਰਫਲ ਕਿਹਦੇ ਬਰਾਬਰ ਹੁੰਦਾ ਸ਼ੰਕੂ ਦਾ πr/L। ਹੁਣ L ਕਿਵੇਂ ਕੱਢਾਂਗੇ, ਤਿਰਛੀ ਉਚਾਈ। ਸਾਨੂੰ R ਵੀ ਦਿੱਤਾ, ਸਾਨੂੰ H ਵੀ ਦਿੱਤਾ, ਤਾਂ ਅਸੀਂ ਕਰਾਂਗੇ R ਦਾ ਵਰਗ ਕਰਾਂਗੇ, H ਦਾ ਵਰਗ ਕਰਾਂਗੇ, ਸਾਰੇ ਦਾ ਵਰਗਮੂਲ ਕੱਢ ਲਾਂਗੇ, L ਨਿਕਲ ਜੂਗੀ। ਜਦੋਂ L ਨਿਕਲ ਗਈ ਤਾਂ ਅਸੀਂ πr/L ਲਾ ਕੇ ਉਸਦੀ ਪਾਸਵੀ ਸਤ੍ਹਾ ਦਾ ਖੇਤਰਫਲ ਵੀ ਕੱਢ ਸਕਦੇ ਹਾਂ। ਠੀਕ ਹੈ ਬੇਟਾ, ਇਹ ਸੀਗਾ ਤੁਹਾਡਾ 9ਵੀਂ ਜਮਾਤ ਲਈ ਮਾਡਲ ਟੈਸਟ ਪੇਪਰ। ਉਮੀਦ ਆ ਤੁਹਾਨੂੰ ਇਹ ਸਮਝ ਆਇਆ ਹੋਵੇਗਾ। ਥੈਂਕ ਯੂ ਬੇਟਾ।